Hello students, in this video lecture we are going to continue 12th class lesson Thinkers, Beliefs and Buildings, approximately 600 BC to 600 CE. It is fourth part of your video lecture. Uh, uh, from your book Themes in Indian History, page number is 95. We are going to continue from 7th point, Stupas. I will continue in Punjabi explanation. You can open your book before you. It will be very helpful for you. ਅਸੀਂ ਦੇਖਿਆ ਹੈ ਕਿ ਬੁੱਧ ਧਰਮ ਦੇ ਵਿਚਾਰ ਅਤੇ ਪ੍ਰਥਾਵਾਂ ਹੋਰ ਟ੍ਰੈਡੀਸ਼ਨ ਦੇ ਨਾਲ ਵਿਚਾਰਾਂ ਦੇ ਆਦਾਨ ਪ੍ਰਦਾਨ ਤੋਂ ਬਾਅਦ ਨਿਕਲ ਕੇ ਆਏ ਹਨ। ਕੀ ਕਹਿ ਰਹੇ ਹਨ ਕਿ ਅਸੀਂ ਅੱਜ ਤੱਕ ਕੀ ਵੇਖਿਆ ਹੈ ਕਿ ਜੋ ਬੁੱਧ ਧਰਮ ਦੇ ਵਿਚਾਰ ਹਨ ਅਤੇ ਉਹ ਬੁੱਧ ਧਰਮ ਦੀਆਂ ਪ੍ਰਥਾਵਾਂ ਹਨ, ਉਹ ਜੋ ਹੋਰ ਟ੍ਰੈਡੀਸ਼ਨ ਸਨ ਉਸ ਸਮੇਂ ਦੇ, ਉਹਨਾਂ ਦੇ ਵਿਚਾਰਾਂ ਦੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਕੇ ਉਹਨਾਂ ਦੇ ਨਾਲ ਫਿਰ ਇਹ ਨਿਕਲ ਕੇ ਸਾਡੇ ਸਾਹਮਣੇ ਆਏ ਹਨ ਜੋ ਬੁੱਧ ਧਰਮ ਦੇ ਵਿਚਾਰ ਹਨ, ਜਿਨ੍ਹਾਂ ਵਿੱਚ ਬ੍ਰਾਹਮਣ, ਜੈਨ ਅਤੇ ਹੋਰ ਵੀ ਬਹੁਤ ਸਾਰੇ ਧਰਮ ਸਨ। ਇਹਨਾਂ ਸਾਰੇ ਧਰਮਾਂ ਦੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ ਅਤੇ ਫਿਰ ਜੋ ਸਾਡੇ ਸਾਹਮਣੇ ਵਿਚਾਰ ਆਏ ਹਨ ਉਹ ਬੁੱਧ ਧਰਮ ਦੇ ਵਿਚਾਰ ਹਨ। ਉਹਨਾਂ ਸਾਰਿਆਂ ਦੇ ਵਿਚਾਰ ਅਲੱਗ-ਅਲੱਗ ਟੈਕਸਟਸ ਦੇ ਰੂਪ ਵਿੱਚ ਸਾਨੂੰ ਨਹੀਂ ਮਿਲਦੇ। ਜੋ ਹੋਰ ਧਰਮ ਸਨ ਨਾ, ਉਹਨਾਂ ਦੇ ਵਿਚਾਰ ਜੋ ਹਨ ਸਾਨੂੰ ਅਲੱਗ-ਅਲੱਗ ਟੈਕਸਟਸ ਦੇ ਰੂਪ ਵਿੱਚ, ਲਿਖਤ ਰੂਪ ਵਿੱਚ ਨਹੀਂ ਮਿਲਦੇ। ਕੁਝ ਇੰਟਰੈਕਸ਼ਨਸ ਇਸ ਤਰੀਕੇ ਨਾਲ ਵੀ ਦੇਖੇ ਜਾ ਸਕਦੇ ਹਨ ਜਿਸ ਤਰੀਕੇ ਨਾਲ ਇਹਨਾਂ ਪਵਿੱਤਰ ਥਾਵਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਹੈ। ਪਹਿਲਾਂ ਦੇ ਸਮੇਂ ਵਿੱਚ ਕੁਝ ਥਾਵਾਂ ਨੂੰ ਬਹੁਤ ਪਵਿੱਤਰ ਮੰਨਦੇ ਸੀ। ਇਹਨਾਂ ਥਾਵਾਂ ਵਿੱਚ ਉਹ ਥਾਵਾਂ ਹੁੰਦੀਆਂ ਸਨ ਜਿੱਥੇ ਖਾਸ ਤਰ੍ਹਾਂ ਦੇ ਦਰਖਤ ਹੁੰਦੇ ਸੀ, ਜਾਂ ਖਾਸ ਤਰ੍ਹਾਂ ਦੀਆਂ ਪਹਾੜੀਆਂ ਹੁੰਦੀਆਂ, ਜਾਂ ਕੋਈ ਅਜਿਹੀ ਥਾਂ ਜਿੱਥੇ ਨੈਚੁਰਲ ਬਿਊਟੀ ਬਹੁਤ ਹੀ ਪ੍ਰਭਾਵਸ਼ਾਲੀ ਹੋਵੇ। ਇਹਨਾਂ ਥਾਵਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਇਹ ਥਾਵਾਂ ਜਿਨ੍ਹਾਂ ਦੇ ਨਾਲ ਕੁਝ ਧਾਰਮਿਕ ਥਾਵਾਂ ਵੀ ਅਟੈਚਡ ਸਨ, ਜਿਨ੍ਹਾਂ ਨੂੰ ਚਿਤਿਆਜ਼ ਵੀ ਕਹਿੰਦੇ ਸਨ। ਚਿਤਿਆਜ਼ ਸ਼ਬਦ ਸ਼ਾਇਦ ਚਿਤਾ ਸ਼ਬਦ ਤੋਂ ਲਿਆ ਗਿਆ, ਜਿੱਥੇ ਡੈੱਡ ਬੋਡੀ ਨੂੰ ਅੰਤਿਮ ਸੰਸਕਾਰ ਦੇ ਲਈ ਲਿਟਾਇਆ ਜਾਂਦਾ ਹੈ, ਤੇ ਇੱਕ ਤਰ੍ਹਾਂ ਨਾਲ ਇਹ ਉਸੇ ਦਾ ਹੀ ਵਿਸਥਾਰ ਹੈ। ਚਿਤਿਆਜ਼ ਸ਼ਬਦ ਹੈ ਨਾ, ਜੋ ਸ਼ਾਇਦ ਇਹ ਚਿਤਾ ਸ਼ਬਦ ਦਾ ਹੀ ਵਿਸਥਾਰ ਹੈ, ਜਿੱਥੇ ਡੈੱਡ ਬੋਡੀ ਨੂੰ ਲਿਟਾਇਆ ਜਾਂਦਾ ਹੈ। ਬੁੱਧਿਸਟ ਲਿਟਰੇਚਰ ਵਿੱਚ ਇਸੇ ਤਰ੍ਹਾਂ ਦੇ ਹੀ ਬਹੁਤ ਸਾਰੇ ਚਿਤਿਆਜ਼ ਦਾ ਜ਼ਿਕਰ ਹੈ। ਇਹਨਾਂ ਵਿੱਚ ਕਈ ਉਹਨਾਂ ਥਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਕਈਆਂ ਵਿੱਚ ਜੋ ਬੁੱਧ ਦੇ ਜੀਵਨ ਨਾਲ ਸੰਬੰਧ ਰੱਖਦੀਆਂ ਸਨ। ਭਾਵ ਕਿੱਥੋਂ ਉਹ ਪੈਦਾ ਹੋਏ, ਕਿੱਥੇ, ਜਿਵੇਂ ਲੁਬਣੀ ਵਿੱਚ ਉਹ ਪੈਦਾ ਹੋਏ ਸਨ, ਕਿੱਥੇ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ, ਬੋਧ ਗਿਆ ਵਿੱਚ ਗਿਆਨ ਪ੍ਰਾਪਤ ਕੀਤਾ ਸੀ, ਕਿੱਥੇ ਉਹਨਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ, ਜਿਵੇਂ ਕਿ ਸਾਰਨਾਥ ਵਿੱਚ ਉਹਨਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ, ਤੇ ਕਿੱਥੇ ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ, ਭਾਵ ਕੁਸ਼ੀਨਗਰ। ਹੌਲੀ ਹੌਲੀ ਇਹਨਾਂ ਥਾਵਾਂ ਨੂੰ ਪਵਿੱਤਰ ਮੰਨਿਆ ਜਾਣ ਲੱਗਿਆ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬੁੱਧ ਦੇ ਸਮੇਂ ਤੋਂ 200 ਸਾਲ ਬਾਅਦ ਅਸ਼ੋਕ ਨੇ ਲੁਬਨੀ ਵਿੱਚ ਇੱਕ ਪਿਲਰ ਬਣਵਾਇਆ, ਇਹ ਦੱਸਣ ਲਈ ਕਿ ਉਹ ਇਸ ਜਗ੍ਹਾ ਤੇ ਆਏ ਸਨ। 7.1 ਵਾਈ ਵਰ ਸਤੂਪਾਸ ਬਿਲਟ? ਇਹ ਸਤੂਪਾਸ ਕਿਉਂ ਬਣਾਏ ਗਏ? ਬਹੁਤ ਸਾਰੀਆਂ ਹੋਰ ਵੀ ਥਾਵਾਂ ਸਨ ਜਿਨ੍ਹਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਇਹ ਇਸ ਕਰਕੇ ਸੀ ਕਿਉਂਕਿ ਕਈ ਅਜਿਹੀਆਂ ਚੀਜ਼ਾਂ ਜੋ ਬੁੱਧ ਯੂਜ਼ ਕਰਦੇ ਸੀ, ਜਾਂ ਬੁੱਧ ਦੇ ਬੋਡਲੀ ਅਵਸ਼ੇਸ਼, ਜੋ ਬੋਡੀਲੀ ਅਵਸ਼ੇਸ਼ ਸਨ ਨਾ, ਉਹਨਾਂ ਦੇ ਉੱਥੇ ਦਫਨ ਕੀਤੇ ਗਏ ਸਨ। ਉਹਨਾਂ ਮਾਊਂਟਸ ਨੂੰ ਅਸੀਂ ਸਤੂਪਾਸ ਕਹਿੰਦੇ ਹਾਂ। ਸਤੂਪਾਸ ਬਣਾਉਣ ਦੀ ਜੋ ਪ੍ਰਥਾ ਸੀ ਸ਼ਾਇਦ ਬੁੱਧ ਤੋਂ ਵੀ ਪਹਿਲਾਂ ਦੀ ਸੀ, ਪਰ ਅਸੀਂ ਇਸ ਨੂੰ ਬੁੱਧ ਨਾਲ ਜੋੜਦੇ ਹਾਂ ਕਿਉਂਕਿ ਇੱਥੇ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਪਵਿੱਤਰ ਮੰਨਦੇ ਹਾਂ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਬੁੱਧ ਤੇ ਬੁੱਧਿਜ਼ਮ ਦੋਹਾਂ ਦੇ ਪ੍ਰਤੀਕ ਹਨ। ਬੁੱਧ ਟੈਕਸਸ ਦੇ ਅਨੁਸਾਰ, ਜਿਸ ਨੂੰ ਅਸੀਂ ਅਸ਼ੋਕ ਵਾਦਨ ਕਹਿੰਦੇ ਹਾਂ, ਬੁੱਧ ਟੈਕਸਟ ਇੱਕ ਜਿਸ ਨੂੰ ਅਸੀਂ ਕੀ ਕਹਿੰਦੇ ਹਾਂ, ਅਸ਼ੋਕ ਵਾਦਨ ਕਹਿੰਦੇ ਹਾਂ। ਅਸ਼ੋਕ ਨੇ ਬੁੱਧ ਨਾਲ ਸੰਬੰਧਿਤ ਚੀਜ਼ਾਂ ਨੂੰ ਅਲੱਗ-ਅਲੱਗ ਇੰਪੋਰਟੈਂਟ ਸ਼ਹਿਰਾਂ ਵਿੱਚ ਡਿਸਟ੍ਰੀਬਿਊਟ ਕਰਵਾ ਦਿੱਤਾ ਤੇ ਹੁਕਮ ਦੇ ਦਿੱਤਾ ਕਿ ਉੱਥੇ ਸਤੂਪਾਸ ਬਣਵਾਏ ਜਾਣ। 2nd ਸੈਂਚੁਰੀ BC ਤੱਕ ਆਉਂਦੇ ਬਹੁਤ ਸਾਰੇ ਸਤੂਪਾਸ, ਜਿਨ੍ਹਾਂ ਵਿੱਚ ਬਾਰਹਟ, ਸਾਂਚੀ ਅਤੇ ਸਾਰਨਾਥ ਸ਼ਾਮਲ ਸਨ, ਬਣਵਾਏ ਗਏ। 7.2 ਹਾਊ ਵਰ ਸਤੂਪਾਸ ਬਿਲਟ? ਇਹ ਸਤੂਪਾਸ ਕਿਵੇਂ ਬਣਵਾਏ ਗਏ ਸਨ? ਜੋ ਇਨਸਕ੍ਰਿਪਸ਼ਨਸ ਮਿਲੇ ਹਨ ਰੇਲਿੰਗਸ ਤੋਂ,
ਜੋ ਸਤੂਪਾਂ ਦੇ ਆਲੇ ਦੁਆਲੇ ਹੁੰਦੀ ਹੈ, ਸਤੂਪਾਂ ਦੇ ਆਲੇ ਦੁਆਲੇ ਇੱਕ ਰੇਲਿੰਗ ਲਗਾਈ ਜਾਂਦੀ ਸੀ। ਉਸ ਤੋਂ ਵੀ ਸਾਨੂੰ ਕੀ ਮਿਲੇ ਹਨ, ਬੜੇ ਇਨਸਕ੍ਰਿਪਸ਼ਨਸ ਮਿਲੇ ਹਨ। ਇਨਸਕ੍ਰਿਪਸ਼ਨਸ ਕੀ ਹੁੰਦਾ ਹੈ, ਜੋ ਕੋਈ ਚੀਜ਼ ਕੋਈ ਘੜ ਕੇ ਲਿਖੀ ਜਾਵੇ। ਤੇ ਪਿਲਰਸ ਸਨ ਜੋ ਸਤੂਪਾਂ ਦੇ, ਉਹਨਾਂ ਉੱਤੇ ਵੀ ਰਿਕਾਰਡਸ ਮਿਲੇ ਹਨ ਸਾਨੂੰ। ਪਿਲਰਸ, ਸਤੂਪਾਂ ਦੇ ਜੋ ਪਿਲਰ ਸਨ ਉਹਨਾਂ ਉੱਤੇ ਵੀ ਇਨਸਕ੍ਰਿਪਸ਼ਨਸ ਮਿਲੀਆਂ ਹਨ, ਰਿਕਾਰਡ ਮਿਲੇ ਹਨ। ਇਹ ਰਿਕਾਰਡ ਕਿਸ ਚੀਜ਼ ਦੇ ਸੀ? ਇਹ ਉਸ ਡੋਨੇਸ਼ਨ ਦੇ ਸਨ ਜੋ ਸਤੂਪਾਂ ਨੂੰ ਬਣਾਉਣ ਲਈ ਡੋਨੇਟ ਕੀਤੇ ਗਏ ਜਾਂ ਉਹਨੂੰ ਡੈਕੋਰੇਟ ਕਰਨ ਲਈ ਡੋਨੇਸ਼ਨ ਦਿੱਤੀਆਂ ਗਈਆਂ। ਇਹ ਰਿਕਾਰਡ ਸਤੂਪਾਂ ਦੇ ਜੋ ਸਤੰਭ ਸਨ ਜਾਂ ਰੇਲਿੰਗ ਸੀ ਉਹਨਾਂ ਦੇ ਉੱਤੇ ਸਾਨੂੰ ਇਹ ਮਿਲੇ ਹਨ। ਕੁਝ ਡੋਨੇਸ਼ਨਸ ਸਾਤਵਾਨ ਰਾਜਿਆਂ ਦੁਆਰਾ ਕੀਤੀ ਜਾਂਦੀ ਸੀ, ਕੁਝ ਦਾਨ ਗਿਲਡਸ ਦੁਆਰਾ ਵੀ ਕੀਤਾ ਜਾਂਦਾ ਸੀ। ਜੋ ਅਲੱਗ-ਅਲੱਗ ਕਾਰੀਗਰ ਆਪਣੇ ਗਿਲਡ ਬਣਾ ਲੈਂਦੇ ਹਨ, ਉਹਨਾਂ ਗਿਲਡਸ ਦੁਆਰਾ ਵੀ ਕੁਝ ਦਾਨ ਦਿੱਤਾ ਜਾਂਦਾ ਇਹਨਾਂ ਸਤੂਪਾਸ ਨੂੰ ਬਣਾਉਣ ਦੇ ਲਈ। ਜਿਵੇਂ ਕਿ ਆਈਵਰੀ ਵਰਕਰਸ ਹੋ ਗਏ, ਜੋ ਹਾਥੀ ਦੰਦ ਦੀ ਬਣੀਆਂ ਚੀਜ਼ਾਂ ਬਣਾਉਂਦੇ ਹਨ, ਆਈਵਰੀ ਵਰਕਰਸ ਉਹਨਾਂ ਨੂੰ ਕਹਿ ਦਿੰਦੇ ਹਾਂ, ਜਿਨ੍ਹਾਂ ਨੇ ਸਾਂਚੀ ਵਿਖੇ ਇੱਕ ਗੇਟਵੇ ਬਣਵਾਉਣ ਲਈ ਪੈਸੇ ਦਿੱਤੇ ਸਨ। ਹੰਡਰਡਸ ਦੀ ਗਿਣਤੀ ਵਿੱਚ ਡੋਨੇਸ਼ਨਸ ਔਰਤਾਂ ਦੁਆਰਾ ਵੀ ਕੀਤੇ ਜਾਂਦੇ ਤੇ ਆਦਮੀਆਂ ਦੁਆਰਾ ਵੀ ਇਹ ਦਿੱਤੇ ਜਾਂਦੇ ਸਨ, ਜਿਨ੍ਹਾਂ ਦੇ ਨਾਮ ਕਦੇ-ਕਦੇ ਉਹਨਾਂ ਥਾਵਾਂ ਦੇ ਨਾਮ ਜਿੱਥੋਂ ਉਹ ਆਉਂਦੇ ਸਨ ਇਹ ਵੀ ਉੱਥੇ ਆਪਣੇ ਖੁਦਵਾ ਦਿੱਤੇ ਜਾਂਦੇ ਸਨ, ਜਿਨ੍ਹਾਂ ਥਾਵਾਂ ਤੋਂ ਉਹ ਆਉਂਦੇ ਸਨ ਇਹ ਡੋਨੇਟ ਕਰਨ ਵਾਲੇ। ਉਹਨਾਂ ਦਾ ਕਿੱਤਾ ਕੀ ਸੀ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਮ ਵੀ ਖੁਦੇ ਹੋਏ ਮਿਲੇ ਹਨ। ਭਿਕਸ਼ੂ ਜਾਂ ਭਿਕਸ਼ਨੀਆਂ ਨੇ ਵੀ ਇਹਨਾਂ ਮੋਨੂਮੈਂਟਸ ਨੂੰ ਬਣਾਉਣ ਲਈ ਕਾਫੀ ਯੋਗਦਾਨ ਦਿੱਤਾ ਸੀ। ਨੈਕਸਟ ਪੁਆਇੰਟ ਹੈ 7.3 ਦਾ ਸਟਰਕਚਰ ਆਫ ਦਾ ਸਤੂਪਾ। ਵੀ ਇਸ ਜੋ ਸਤੂਪਾ ਸਨ ਉਹਨਾਂ ਦੀ ਸਟਰਕਚਰ ਕਿਹੋ ਜਿਹੀ ਸੀ, ਕਿ ਉਹ ਬਣੇ ਹੋਏ ਕਿਹੋ ਜਿਹੇ ਸਨ। ਸਤੂਪਾ ਇੱਕ ਸੰਸਕ੍ਰਿਤ ਵਰਡ ਹੈ ਜਿਸ ਦਾ ਅਰਥ ਹੈ ਢੇਰ। ਇਸ ਦੀ ਉਤਪਤੀ ਹੋਈ ਹੈ ਇੱਕ ਸਿੰਪਲ ਜਿਹੇ ਸੈਮੀ ਸਰਕੂਲਰ ਮਿੱਟੀ ਦੇ ਢੇਰ ਤੋਂ, ਜਿਸ ਨੂੰ ਬਾਅਦ ਵਿੱਚ ਅੰਡਾ ਕਿਹਾ ਗਿਆ। ਇਹ ਕੀ ਹੈ? ਇੱਕ ਸੈਮੀ ਸਰਕੂਲਰ ਮਿੱਟੀ ਦਾ ਢੇਰ ਹੁੰਦਾ ਹੈ ਜਿਸ ਨੂੰ ਕੀ ਕਿਹਾ ਗਿਆ? ਬਾਅਦ ਵਿੱਚ ਅੰਡਾ ਕਿਹਾ ਗਿਆ। ਹੌਲੀ ਹੌਲੀ ਇੱਕ ਹੋਰ ਗੁੰਝਲਦਾਰ ਸਟਰਕਚਰ ਵਿੱਚ ਇਹ ਬਣਦਾ ਗਿਆ, ਜਿਸ ਵਿੱਚ ਰਾਉਂਡ ਤੇ ਸਕੁਅਰ ਸ਼ੇਪਸ ਨੂੰ ਬੈਲੈਂਸ ਕਰਨ ਲੱਗਿਆ। ਇਹ ਅੰਡਾ ਦੇ ਉੱਪਰ ਇੱਕ ਹਰਮਿਕਾ ਸੀ। ਇਹ ਸ਼ੇਪ ਦੱਸ ਰਹੇ ਹਨ ਕਿ ਸਟਰਕਚਰ ਸਤੂਪਾ ਦੀ ਸਟਰਕਚਰ ਕਿਹੋ ਜਿਹੀ ਸੀ। ਇਸ ਨੂੰ ਅੰਡਾ ਕਿਹਾ ਜਾਂਦਾ ਸੀ। ਅੰਡਾ ਦੇ ਉੱਪਰ ਕੀ ਸੀ? ਇੱਕ ਹਰਮਿਕਾ ਸੀ, ਇੱਕ ਬਾਲਕੋਨੀ ਵਰਗਾ ਇਹ ਸਟਰਕਚਰ, ਜੋ ਇਹ ਸ਼ੋਅ ਕਰਦਾ ਸੀ ਕਿ ਭਗਵਾਨ ਦਾ ਨਿਵਾਸ ਸਥਾਨ ਹੈ ਇਹ। ਹਰਮਿਕਾ ਤੋਂ ਥੋੜਾ ਹੋਰ ਉੱਪਰ ਦੇਖੀਏ ਤਾਂ ਇੱਕ ਮਾਸਟ ਸੀ ਜਿਸ ਨੂੰ ਯਸ਼ਟੀ ਕਹਿੰਦੇ ਸਨ, ਤੇ ਉਸ ਦੇ ਉੱਪਰ ਇੱਕ ਛਤਰੀ ਲੱਗੀ ਹੁੰਦੀ ਸੀ। ਉਸ ਮਾਊਂਟ ਦੇ ਬਾਹਰ ਇੱਕ ਰੇਲਿੰਗ ਲੱਗੀ ਹੁੰਦੀ ਸੀ ਜੋ ਕਿ ਉਸ ਪਵਿੱਤਰ ਜਗ੍ਹਾ ਨੂੰ ਉਸ ਬਾਹਰ ਦੀ ਦੁਨੀਆ ਤੋਂ ਅਲੱਗ ਕਰਦੀ ਸੀ। ਜਿਵੇਂ ਕਿ ਪਹਿਲਾਂ ਹੀ ਮੈਂ ਜ਼ਿਕਰ ਕੀਤਾ ਹੈ ਕਿ ਜੋ ਇਹ ਸਤੂਪਾਸ ਬਣੇ ਹੁੰਦੇ ਸਨ ਇਹਨਾਂ ਦੇ ਆਲੇ ਦੁਆਲੇ ਕੀ ਇੱਕ ਰੇਲਿੰਗ ਲਗਾਈ ਜਾਂਦੀ ਸੀ ਜੋ ਕਿ ਇਹ ਸਤੂਪਾਂ ਨੂੰ ਬਾਹਰ ਦੀ ਦੁਨੀਆ ਤੋਂ ਅਲੱਗ ਕਰਦੀ ਸੀ। ਜੋ ਪਹਿਲਾਂ ਦੇ ਸਤੂਪਾ ਸਨ ਸਾਂਚੀ ਵਿੱਚ ਉਹ ਬਿਲਕੁਲ ਪਲੇਨ ਸਨ, ਬਸ ਇੱਕ ਸਟੋਨ ਰੇਲਿੰਗ ਉਸ ਦੇ ਆਲੇ ਦੁਆਲੇ ਹੁੰਦੀ ਸੀ ਜੋ ਇੱਕ ਬੈਂਬੋ ਜਾਂ ਵੂਡਨ ਦੀਵਾਰ ਦੀ ਤਰ੍ਹਾਂ ਲੱਗਦੀ ਸੀ। ਬਾਂਸ ਦੀ ਜਾਂ ਇੱਕ ਲੱਕੜੀ ਦੀ ਦੀਵਾਰ ਦੀ ਤਰ੍ਹਾਂ ਉਹ ਰੇਲਿੰਗ ਲੱਗਦੀ ਹੁੰਦੀ ਸੀ। ਅਤੇ ਗੇਟਵੇ ਸਨ ਜੋ ਕਿ ਬਹੁਤ ਹੀ ਨਕਾਸ਼ੀ ਵਾਲੇ ਸਨ, ਭਾਵ ਉਹਨਾਂ ਉੱਤੇ ਬਹੁਤ ਕੁਝ ਖੁਦਿਆ ਹੁੰਦਾ ਸੀ ਤੇ ਉਹਨਾਂ ਨੂੰ 4 ਕਾਰਡੀਨਲ ਪੁਆਇੰਟਸ ਤੇ ਲਗਾਇਆ ਹੁੰਦਾ ਸੀ। ਵਰਸ਼ਿਪਰਸ ਈਸਟਰਨ ਗੇਟਵੇ ਦੇ ਦੁਆਰਾ ਐਂਟਰ ਕਰਦੇ ਤੇ ਕਲੌਕਵਾਈਜ਼ ਡਾਇਰੈਕਸ਼ਨ ਵਿੱਚ ਮਾਊਂਟ ਦੇ ਦੁਆਲੇ ਚੱਕਰ ਲਗਾਉਂਦੇ ਤੇ ਮਾਊਂਟ ਨੂੰ ਆਪਣੇ ਰਾਈਟ ਸਾਈਡ ਰੱਖਦੇ। ਜਿਸ ਤਰ੍ਹਾਂ ਸੂਰਜ ਆਕਾਸ਼ ਵਿੱਚ ਚੱਕਰ ਲਗਾਉਂਦਾ ਹੈ ਨਾ, ਇਸੇ ਤਰ੍ਹਾਂ ਹੀ ਉਹ ਵੀ ਚੱਕਰ ਲਗਾਉਂਦੇ ਸਤੂਪਾ ਦੇ ਦੁਆਲੇ। ਬਾਅਦ ਵਿੱਚ ਇਹਨਾਂ ਸਤੂਪਾਸ ਨੂੰ ਹੋਰ ਜ਼ਿਆਦਾ ਨਕਾਸ਼ੀ ਕਰਕੇ ਬਣਾਇਆ ਜਾਣ ਲੱਗਿਆ। ਇਸ ਵਿੱਚ ਰੌਸ਼ਨਦਾਨ ਤੇ ਮੂਰਤੀਆਂ ਵੀ ਬਣਵਾਈਆਂ ਗਈਆਂ, ਜਿਵੇਂ ਕਿ ਸ਼ਾਹ ਜੀ ਕੀ ਡੇਰੀ ਜੋ ਪੇਸ਼ਾਵਰ ਪਾਕਿਸਤਾਨ ਵਿੱਚ ਹੈ ਉਸ ਤਰ੍ਹਾਂ ਬਣਵਾਏ ਗਏ। 8th ਪੁਆਇੰਟ ਡਿਸਕਵਰਿੰਗ ਸਤੂਪਾਸ ਦਾ ਫੇਟ ਆਫ ਅਮਰਾਵਤੀ ਐਂਡ ਸਾਂਚੀ। ਹੁਣ ਆਪਾਂ ਸਤੂਪਾਸ ਦੀ ਖੋਜ ਬਾਰੇ ਗੱਲ ਕਰਾਂਗੇ ਤੇ ਅਮਰਾਵਤੀ ਅਤੇ ਸਾਂਚੀ ਦੀ ਕੀ ਕਿਸਮਤ ਅੱਗੇ ਹੋਈ ਉਸ ਬਾਰੇ ਗੱਲ ਕਰਾਂਗੇ। ਹਰੇਕ ਸਤੂਪਾ ਦਾ ਆਪਣਾ ਹੀ ਇਤਿਹਾਸ ਹੈ। ਜਿਵੇਂ ਕਿ ਅਸੀਂ ਹੁਣੇ ਹੀ ਦੇਖਿਆ ਹੈ ਕਿ ਕੁਝ ਦਾ ਤਾਂ ਇਤਿਹਾਸ ਸਾਨੂੰ ਮਿਲਦਾ ਹੈ ਕਿ ਉਹਨਾਂ ਨੂੰ ਕਿਵੇਂ ਬਣਵਾਇਆ ਗਿਆ, ਹੁਣ ਇਹਨਾਂ ਦੀ ਖੋਜ ਕਿਵੇਂ ਹੋਈ ਇਸ ਦਾ ਅਸੀਂ ਇਤਿਹਾਸ ਦੇਖਾਂਗੇ। ਇਹ ਵੀ ਇੱਕ ਇਤਿਹਾਸ ਸੀ ਉਹਨਾਂ ਦਾ ਕਿ ਉਹਨਾਂ ਦੀ ਖੋਜ ਕਿਵੇਂ ਹੋਈ। ਹੁਣ ਆਪਾਂ ਇਹ ਦੇਖਦੇ ਹਾਂ ਕਿ
1796 ਵਿੱਚ ਅਮਰਾਵਤੀ ਦੇ ਇੱਕ ਲੋਕਲ ਰਾਜਾ ਇੱਕ ਮੰਦਿਰ ਬਣਵਾਉਣਾ ਚਾਹੁੰਦੇ ਸਨ ਕਿ ਉਹਨਾਂ ਦਾ ਉਹ ਕੀ ਹੈ ਸਤੂਪਾ ਦੇ ਰਿਊਨਸ ਦੇ ਨਾਲ ਅੜਕ ਗਏ। ਉੱਥੇ ਜਦ ਉਹ ਚੱਕਰ ਕੋਈ ਲਗਾ ਰਹੇ ਸਨ, ਤੁਰ ਫਿਰ ਰਹੇ ਸਨ ਉੱਥੇ ਜਿੱਥੇ ਉਹ ਮੰਦਿਰ ਬਣਵਾਉਣਾ ਚਾਹੁੰਦੇ ਸਨ ਅਮਰਾਵਤੀ ਦੇ ਇੱਕ ਰਾਜਾ, ਉੱਥੇ ਉਹ ਕੀ ਹੈ ਸਤੂਪਾ ਦੇ ਰਿਊਨਸ ਦੇ ਨਾਲ ਅੜਕ ਗਏ। ਪੈਰ ਉਹਨਾਂ ਦਾ ਅੜਕ ਗਿਆ ਸਤੂਪਾ ਦੇ ਰਿਊਨਸ ਦੇ ਨਾਲ, ਕਿਉਂਕਿ ਥੱਲੇ ਸਤੂਪਾ ਦਫਨ ਹੋਏ ਵੇ ਸਨ। ਉਹਨਾਂ ਨੇ ਇਸ ਪੱਥਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ। ਜਦ ਉਹਨਾਂ ਨੇ ਉਹਨੂੰ ਦੇਖਿਆ ਕਿ ਇਹ ਕੀ ਚੀਜ਼ ਹੈ ਤਾਂ ਕੀ ਕੀਤਾ, ਉਹ ਜੋ ਪੱਥਰ ਲੱਗਿਆ ਹੋਇਆ ਸੀ ਉਸ ਦੀ ਵਰਤੋਂ ਕਰਨ ਦਾ ਉਹਨਾਂ ਨੇ ਫੈਸਲਾ ਕੀਤਾ ਕਿ ਮੰਦਿਰ ਬਣਾਉਣ ਵਿੱਚ ਇਸ ਦੀ ਵਰਤੋਂ ਕਰ ਲੈਂਦੇ ਆ। ਤੇ ਨਾਲ ਹੀ ਸੋਚਿਆ ਕਿ ਜ਼ਰੂਰ ਉੱਥੇ ਕੋਈ ਖਜ਼ਾਨਾ ਦਫਨ ਹੋਵੇਗਾ। ਰਾਜਾ ਦੇ ਮਨ ਵਿੱਚ ਇਹ ਵੀ ਆਇਆ ਕਿ ਇਹ ਜੋ ਸਟਰਕਚਰ ਹੈ ਇੱਥੇ ਕੋਈ ਸ਼ਾਇਦ ਖਜ਼ਾਨਾ ਦਫਨ ਹੋਵੇਗਾ, ਜੋ ਕਿ ਇੱਕ ਪਰਬਤ ਦੀ ਤਰ੍ਹਾਂ ਲੱਗ ਰਿਹਾ ਸੀ। ਸਤੂਪਾ ਉਹਨਾਂ ਨੂੰ ਪਰਬਤ ਦੀ ਤਰ੍ਹਾਂ ਲੱਗਿਆ। ਕੁਝ ਸਾਲਾਂ ਬਾਅਦ ਇੱਕ ਬ੍ਰਿਟਿਸ਼ ਆਫੀਸਰ ਕੌਲਿਨ ਮੈਕੈਂਜੀ ਵੀ ਉਸ ਜਗ੍ਹਾ ਤੇ ਆਏ। ਉਹਨਾਂ ਨੂੰ ਕਾਫੀ ਮੂਰਤੀਆਂ ਦੇ ਟੁਕੜੇ ਮਿਲੇ। ਉਹਨਾਂ ਨੇ ਡਿਟੇਲ ਡਰਾਇੰਗਸ ਵੀ ਬਣਵਾਈਆਂ, ਪਰ ਉਹ ਰਿਪੋਰਟਸ ਕਦੇ ਪਬਲਿਸ਼ ਨਹੀਂ ਹੋਈਆਂ। 1854 ਵਿੱਚ ਵਾਲਟਰ ਇਲੀਅਟ, ਜੋ ਕਿ ਗੁੰਟਰ ਆਂਧਰਾ ਪ੍ਰਦੇਸ਼ ਦੇ ਕਮਿਸ਼ਨਰ ਸਨ, ਉਹ ਅਮਰਾਵਤੀ ਆਏ ਤੇ ਉਹਨਾਂ ਨੇ ਕਈ ਮੂਰਤੀਆਂ ਇਕੱਠੀਆਂ ਕੀਤੀਆਂ। ਉਹਨਾਂ ਦੇ ਜੋ ਪੈਨਲਸ ਇਕੱਠੇ ਕੀਤੇ ਤੇ ਉਹਨਾਂ ਨੂੰ ਮਦਰਾਸ ਲੈ ਗਏ। ਉਸ ਤੋਂ ਬਾਅਦ ਉਹਨਾਂ ਦਾ ਨਾਮ ਇਲੀਅਟ ਮਾਰਬਲ ਪੈ ਗਿਆ। ਉਹਨਾਂ ਨੇ ਵੈਸਟਰਨ ਗੇਟਵੇ ਦੇ ਬਚੇ ਹੋਏ ਅਵਸ਼ੇਸ਼ਾਂ ਨੂੰ ਵੀ ਖੋਜਿਆ ਤੇ ਇਸ ਸਿੱਟੇ ਤੇ ਪਹੁੰਚੇ ਕਿ ਇਹ ਜੋ ਸਟਰਕਚਰ ਸੀ ਅਮਰਾਵਤੀ ਵਿੱਚ, ਇਹ ਜੋ ਹੁਣ ਤੱਕ ਦੇ ਬੁੱਧਿਸਟ ਸਟਰਕਚਰ ਬਣੇ ਹਨ, ਉਹਨਾਂ ਸਾਰਿਆਂ ਵਿੱਚੋਂ ਵੱਡਾ ਤੇ ਸੁੰਦਰ ਸੀ। 1850 ਤੋਂ ਬਾਅਦ ਬਹੁਤ ਸਾਰੀਆਂ ਅਜਿਹੀਆਂ ਸਲੈਬਸ ਸਨ ਜੋ ਅਮਰਾਵਤੀ ਤੋਂ ਅਲੱਗ-ਅਲੱਗ ਥਾਵਾਂ ਤੇ ਲਿਜਾਈਆਂ ਜਾਣ ਲੱਗੀਆਂ। ਇਹਨਾਂ ਵਿੱਚ ਕੁਝ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਸੀ, ਕੈਲਕਟਾ ਵਿੱਚ ਜਿੱਥੇ ਇਹ ਚਲੀਆਂ ਗਈਆਂ, ਕੁਝ ਇੰਡੀਆ ਆਫਿਸ ਮਦਰਾਸ ਵਿੱਚ ਚਲੀਆਂ ਗਈਆਂ ਤੇ ਕੁਝ ਲੰਡਨ ਵੀ ਲਿਜਾਈਆਂ ਗਈਆਂ। ਇਹ ਵੀ ਕੋਈ ਅਸਧਾਰਨ ਗੱਲ ਨਹੀਂ ਲੱਗੇਗੀ ਤੁਹਾਨੂੰ ਜੇਕਰ ਇਹਨਾਂ ਵਿੱਚੋਂ ਕੁਝ ਸਕਲਪਚਰ ਤੁਹਾਨੂੰ ਬ੍ਰਿਟਿਸ਼ ਐਡਮਿਨਿਸਟ੍ਰੇਟਰਸ ਦੇ ਗਾਰਡਨ ਵਿੱਚ ਗਾਰਡਨ ਨੂੰ ਕੀ ਆ ਸਜਾਉਂਦੇ ਦਿਸਣ, ਕਿਉਂਕਿ ਉਹਨਾਂ ਨੇ ਵੀ ਜੋ ਬ੍ਰਿਟਿਸ਼ ਐਡਮਿਨਿਸਟ੍ਰੇਟਰਸ ਸਨ ਨਾ, ਉਹਨਾਂ ਨੇ ਆਪਣੇ ਨਿੱਜੀ ਜੋ ਗਾਰਡਨਸ ਸਨ ਉਹਨਾਂ ਦੇ ਵਿੱਚ ਵੀ ਇਹਨਾਂ ਸਕਲਪਚਰਸ ਨੂੰ ਸ਼ੋਅ ਪੀਸ ਦੇ ਤੌਰ ਤੇ ਲਗਾ ਲਿਆ, ਕਿਉਂਕਿ ਇਹ ਬਹੁਤ ਸੁੰਦਰ ਬਣੇ ਹੋਏ ਸਨ ਤੇ ਅਮਰਾਵਤੀ ਜਗ੍ਹਾ ਤੋਂ ਉਹਨਾਂ ਨੂੰ ਕੀ ਹੈ ਬਿਲਕੁਲ ਲੁੱਟ ਲਿਆ ਗਿਆ। ਇਸ ਤਰ੍ਹਾਂ ਜੋ ਵੀ ਨਵਾਂ ਆਫੀਸਰ ਆਉਂਦਾ ਉਸ ਏਰੀਏ ਵਿੱਚ, ਉਹ ਲਗਾਤਾਰ ਉਸ ਏਰੀਏ ਵਿੱਚੋਂ ਮੂਰਤੀਆਂ ਨੂੰ ਧਰਤੀ ਵਿੱਚੋਂ ਕਢਵਾਉਂਦਾ ਰਹਿੰਦਾ, ਜਿਵੇਂ ਪਹਿਲਾਂ ਦੇ ਅਫਸਰਾਂ ਨੇ ਕੀਤਾ ਸੀ। ਕੁਝ ਕੁ ਵਿਅਕਤੀ ਜੋ ਕਿ ਅਲੱਗ ਨਜ਼ਰੀਆ ਰੱਖਦੇ ਸਨ, ਉਹਨਾਂ ਵਿੱਚੋਂ ਇੱਕ ਆਰਕੀਓਲੋਜਿਸਟ ਸੀ H.H. ਕੋਲ। ਉਹਨਾਂ ਨੇ ਲਿਖਿਆ ਕਿ ਮੈਨੂੰ ਇਹ ਬਹੁਤ ਹੀ ਅਜੀਬ ਲੱਗਦਾ ਹੈ ਕਿ ਇੱਕ ਦੇਸ਼ ਇਹ ਆਗਿਆ ਦੇ ਰਿਹਾ ਹੈ ਕਿ ਉਹਨਾਂ ਦਾ ਜੋ ਓਰੀਜਨਲ ਵਰਕ ਹੈ ਆਰਟ ਦਾ, ਉਸ ਨੂੰ ਲੁੱਟ ਕੇ ਲੈ ਜਾਓ। ਉਹ ਵਿਸ਼ਵਾਸ ਕਰਦੇ ਸੀ ਕਿ ਮਿਊਜ਼ੀਅਮ ਵਿੱਚ ਇਹਨਾਂ ਦੇ ਪਲਾਸਟਰ ਕਾਸਟ ਰੱਖੇ ਜਾਣ, ਨਾ ਕਿ ਓਰੀਜਨਲ, ਪਰ ਓਰੀਜਨਲ ਜੋ ਹੈ ਉੱਥੇ ਹੀ ਰਹਿਣ। ਜੋ ਮਿਊਜ਼ੀਅਮ ਵਗੈਰਾ ਵਿੱਚ ਜੇ ਕੋਈ ਹੋਰ ਦੇਸ਼ ਇਹਨਾਂ ਨੂੰ ਲਿਜਾਣਾ ਵੀ ਚਾਹੁੰਦਾ ਹੈ ਤਾਂ ਇਹਨਾਂ ਦੇ ਸਿਰਫ ਪਲਾਸਟਰ ਕਾਸਟ ਉੱਥੇ ਲਗਾ ਲਏ ਜਾਣ, ਪਰ ਜੋ ਓਰੀਜਨਲ ਇਹ ਹਨ, ਮੂਰਤੀਆਂ ਵਗੈਰਾ ਓਰੀਜਨਲ ਹਨ, ਉਹ ਉਸੇ ਜਗ੍ਹਾ ਤੇ ਹੀ ਰਹਿਣ ਜਿੱਥੋਂ ਉਹ ਮਿਲੀਆਂ ਹਨ। ਅਨਫੋਰਚੂਨੇਟਲੀ ਕੋਲ ਅਥਾਰਟੀਜ਼ ਨੂੰ ਕੀ ਹੈ ਮਨਾਉਣ ਵਿੱਚ ਸਫਲ ਨਾ ਹੋ ਸਕੇ। ਅਮਰਾਵਤੀ ਦੇ ਸੰਬੰਧ ਵਿੱਚ ਜੇ ਉਹ ਜਿਹੜੀਆਂ ਗੱਲਾਂ ਆਪਣੀਆਂ ਮਨਵਾਉਣਾ ਚਾਹੁੰਦੇ ਸਨ ਨਾ H.H. ਕੋਲ, ਉਹ ਕੀ ਹੈ ਜੋ ਅਥਾਰਟੀ ਸੀ, ਸੰਬੰਧਿਤ ਅਧਿਕਾਰੀ ਸਨ, ਉਹਨਾਂ ਨੂੰ ਮਨਵਾ ਨਾ ਸਕੇ ਆਪਣੀਆਂ ਗੱਲਾਂ ਵਿੱਚ। ਪਰ ਉਸ ਦੀ ਇਹ ਬੇਨਤੀ ਜੋ ਸਿਟੂ ਪ੍ਰੀਜ਼ਰਵੇਸ਼ਨ ਲਈ ਕੀਤੀ ਗਈ ਸੀ, ਉਹ ਸਾਂਚੀ ਦੇ ਕੇਸ ਵਿੱਚ ਅਪਣਾ ਲਈ ਗਈ ਸੀ। ਅਜਿਹਾ ਕਿਉਂ ਹੋਇਆ ਕਿ ਸਾਂਚੀ ਸਰਵਾਈਵ ਕਰ ਗਿਆ ਪਰ ਅਮਰਾਵਤੀ ਨਾ ਕਰ ਸਕੀ? ਜਦੋਂ ਸਾਂਚੀ ਦੀ ਖੋਜ ਹੋਈ ਉਸ ਤੋਂ ਕਾਫੀ ਸਮੇਂ ਬਾਅਦ ਸਕਾਲਰਸ ਨੂੰ ਇਸ ਗੱਲ ਦੀ ਸਮਝ ਆਈ ਕਿ ਜੋ ਚੀਜ਼ਾਂ ਮਿਲ ਰਹੀਆਂ ਸਨ ਉਹਨਾਂ ਦੀ ਮਹੱਤਤਾ ਇਸ ਗੱਲ ਵਿੱਚ ਹੀ ਸੀ ਕਿ ਉਹਨਾਂ ਨੂੰ ਉੱਥੇ ਹੀ ਪ੍ਰੀਜ਼ਰਵ ਕੀਤਾ ਜਾਂਦਾ। ਇਹ ਕਾਫੀ ਬਾਅਦ ਵਿੱਚ ਸਕਾਲਰਸ ਨੂੰ ਇਸ ਗੱਲ ਦੀ ਸਮਝ ਆਈ, ਨਾ ਕਿ ਉਹਨਾਂ ਨੂੰ ਉਹਨਾਂ ਦੀ ਥਾਂ ਤੋਂ ਰਿਮੂਵ ਕਰ ਦਿੱਤਾ ਜਾਵੇ। ਪਰ 1818 ਵਿੱਚ ਸਾਂਚੀ ਦੀ ਖੋਜ ਹੋਈ। ਉਸ ਦੇ 4 ਵਿੱਚੋਂ 3 ਗੇਟਵੇਜ਼ ਹਾਲੇ ਵੀ ਖੜੇ ਸੀ। ਚੌਥਾ ਉਸੇ ਥਾਂ ਤੇ ਡਿੱਗਿਆ ਹੋਇਆ ਪਿਆ ਸੀ ਜਿੱਥੇ ਉਹ ਡਿੱਗਿਆ ਹੋਵੇਗਾ ਤੇ ਮਾਊਂਡ ਗੁੱਡ ਕੰਡੀਸ਼ਨ ਵਿੱਚ ਸੀ ਉਸਦਾ। ਫਿਰ ਵੀ ਇਹ ਸਲਾਹ ਦਿੱਤੀ ਜਾ ਰਹੀ ਸੀ ਕਿ ਉਸ ਗੇਟਵੇ ਨੂੰ ਜਾਂ ਤਾਂ ਪੈਰਿਸ
ਤੇ ਜਾਂ ਲੰਡਨ ਲਿਜਾਇਆ ਜਾਵੇ। ਅਖੀਰ ਵਿੱਚ ਅਸੀਂ ਇਹੋ ਜਿਹੇ ਫੈਕਟਰਸ ਕੁਝ ਹਨ ਜਿਨ੍ਹਾਂ ਕਰਕੇ ਸਾਂਚੀ ਨੂੰ ਉਸੇ ਤਰ੍ਹਾਂ ਹੀ ਛੱਡ ਦਿੱਤਾ ਗਿਆ। ਕਈ ਇਹੋ ਜਿਹੇ ਫੈਕਟਰ ਸਨ ਜਿਨ੍ਹਾਂ ਕਰਕੇ ਕੀ ਆ ਸਾਂਚੀ ਨੂੰ ਉਸੇ ਹਾਲਤ ਵਿੱਚ ਹੀ ਛੱਡ ਦਿੱਤਾ ਗਿਆ ਜਿਵੇਂ ਉਹ ਸੀ। ਜਦਕਿ ਉੱਥੇ ਚਿਤਿਆਇਆ ਜੋ ਕਿ ਅਮਰਾਵਤੀ ਵਿੱਚ ਹੈ, ਉਸ ਦੀ ਜੋ ਮਹੱਤਤਾ ਸੀ, ਖੂਬਸੂਰਤੀ ਸੀ, ਉਹ ਹੁਣ ਨਹੀਂ ਰਹੀ ਹੈ। ਬਸ ਇੱਕ ਲਿਟਲ ਮਾਊਂਟ ਰਹਿ ਗਿਆ ਹੈ ਤੇ ਉਸ ਦੀ ਪਹਿਲਾਂ ਵਾਲੀ ਸ਼ਾਨ ਹੁਣ ਨਹੀਂ ਰਹੀ ਹੈ। Okay students, we will continue this chapter from our 9th point, sculptures, in our next video lecture. I hope you are enjoying this Punjabi explanation. Thanks.